भगत दी अवस्था। सब गोबिंद है, सब गोबिंद है, गोबिंद बिन नहीं कोई। ये गुरमुख प्यारिओ अभ्यास करना पैंदा है, फिर गोबिंद दे दीदारे हुंदे है। नाम दे अभ्यास दे नाल नानक के कर केवल नाम। ते भगत रविदास जी महाराज ਉਹੀ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਇਹ ਸੰਸਾਰ ਹੈ ਜਿਹੜਾ, ਇਹ ਗੋਬਿੰਦ ਦਾ ਰੂਪ ਹੈ। ਇਹ ਸੰਸਾਰ ਹੀ ਹੈ ਜਿਹੜਾ ਨਾ, ਇਹ ਗੋਬਿੰਦ ਦਾ ਸਰੂਪ ਹੈ। ਇੱਕ ਗੋਬਿੰਦ ਹੈ, ਦੂਸਰੀ ਉਹਦੀ ਮਾਇਆ ਹੈ। ਅਗਿਆਨ ਸਰੂਪ ਵਿੱਚ ਇਹ ਜੀਵਾਤਮਾ ਹਾਂ ਆਪਾਂ, ਜਿਹੜੇ ਅਗਿਆਨ ਸਰੂਪ ਵਿੱਚ ਆਪਾਂ ਜੀਵਾਤਮਾ, ਗਿਆਨ ਸਰੂਪ ਵਿੱਚ ਇਹੀ ਪਰਮੇਸ਼ਰ ਸਰੂਪ ਹੈ। ਗੁਰਮਤਿ ਦਾ ਸਿਧਾਂਤ ਇਹ ਹੈ, ਅਗਿਆਨ ਸਰੂਪ ਵਿੱਚ ਇਹ ਮਾਇਆ ਦੇ ਅਧੀਨ ਅਸੀਂ ਜੀਵ ਆਤਮਾ ਹਾਂ, ਗਿਆਨ ਸਰੂਪ ਵਿੱਚ ਇਹੀ ਪਰਮੇਸ਼ਰ ਹੈ। ਇੱਥੇ ਇੱਕ ਗੋਬਿੰਦ ਸੀ, ਗੋਬਿੰਦ ਹੈ, ਗੋਬਿੰਦ ਰਹੇਗਾ, ਦੂਜਾ ਤਾਂ ਹੈ ਹੀ ਨਹੀਂ। ਦੂਜਾ ਪੈਦਾ ਹੋ ਗਿਆ, ਦੂਜੇ ਦਾ ਨਾਂ ਕੀ ਹੈ? ਹਉਮੈ, ਮੈਂ। ਦੂਜਾ ਕੌਣ ਹੈ? ਹਉਮੈ। ਦੂਜਾ ਇਹਨੂੰ ਨਹੀਂ ਕਹਿੰਦੇ ਵੀ ਆਹ ਦੂਜਾ ਹੈ, ਤੇਰੇ ਨਾਲੋਂ ਹੀ ਦੂਜਾਪਨ ਹੈ, ਉਹਦਾ ਨਾਂ ਕੀ ਹੈ? ਮੈਂ। ਹਉਮੈ ਅਗਿਆਨ ਸਰੂਪ ਵਿੱਚ ਹਉਮੈ ਅਧੀਨ ਹੈ ਜੀਵਾਤਮਾ। ਜਦੋਂ ਹਉਮੈ ਟੁੱਟ ਜਾਂਦੀ ਹੈ, ਗਿਆਨ ਸਰੂਪ ਵਿੱਚ ਇਹੀ ਪਰਮੇਸ਼ਰ ਸਰੂਪ ਹੈ। ਤਾਂ ਹੀ ਉਹਨਾਂ ਨੂੰ ਕੁੱਤੇ ਵਿੱਚੋਂ ਤੁਸੀਂ ਸੁਣਿਆ ਵੀ ਭਗਵਾਨ ਨਜ਼ਰ ਆਇਆ। ਉਹਨਾਂ ਨੇ ਆਤਮਾ ਦੇ ਦਰਸ਼ਨ ਕੀਤੇ, ਸਰੀਰ ਨੇ ਸਰੀਰ ਦੇ ਅੰਦਰਲੇ ਨੂੰ ਵੇਖਿਆ। ਪਰ ਉਹ ਅੰਦਰਲਾ ਦਿਸਦਾ ਕਦੋਂ ਹੈ? ਗੋਬਿੰਦ ਦਿਸਦਾ ਕਦੋਂ ਹੈ? ਜਦੋਂ ਮੈਂ ਮੁੱਕ ਜਾਂਦੀ ਹੈ। ਭਗਤੀ ਦੋ ਤੋਂ ਸ਼ੁਰੂ ਹੁੰਦੀ ਹੈ, ਭਗਤ ਤੇ ਭਗਵਾਨ ਤੋਂ, ਗੁਰੂ ਤੇ ਸਿੱਖ ਤੋਂ, ਔਰ ਸਮਾਪਤੀ ਜਾ ਕੇ ਭਗਤ ਨੇ ਭਗਵਾਨ ਵਿੱਚ ਮਿਲ ਜਾਣਾ, ਸਿੱਖ ਨੇ ਗੁਰੂ ਦੇ ਵਿੱਚ ਮਿਲ ਜਾਣਾ। ਭਗਤ ਕਿਹਨੂੰ ਕਹਿੰਦੇ ਆ? ਭੈ ਜਮਾ ਗਤ। ਗਤ ਮਾਣੇ ਅਵਸਥਾ, ਭੈ ਗਤ ਭਗਤ। ਭਗਤ ਕਹਿੰਦੇ ਆ ਜਿਹਨੂੰ ਰੱਬ ਦਾ ਵੀ ਡਰ ਨਾ ਹੋਵੇ। ਭੈ ਗਤ, ਡਰ ਤੋਂ ਰਹਿਤ ਅਵਸਥਾ। ਡਰ ਹਮੇਸ਼ਾ ਦੂਜੇ ਦਾ ਹੁੰਦਾ ਹੈ, ਦੂਜਾ ਦੁਨੀਆ 'ਚ ਹੈ ਹੀ ਨਹੀਂ। ਬਸ ਡਰ ਹਮੇਸ਼ਾ ਦੂਜੇ ਦਾ ਹੁੰਦਾ। ਫਿਰ ਸੁਣਿਓ, ਦੂਜਾ ਇੱਥੇ ਹੈ ਹੀ ਨਹੀਂ, ਤਾਂ ਉਹਨੂੰ ਰੱਬ ਦਾ ਡਰ ਨਹੀਂ ਹੁੰਦਾ। ਭੈ ਤੋਂ ਰਹਿਤ ਅਵਸਥਾ ਕੀ ਹੈ? ਵੀ ਇੱਕ ਪਰਮਾਤਮਾ ਹੀ ਹੈ। ਦੋ ਤੋਂ ਭਗਤੀ ਸ਼ੁਰੂ ਹੁੰਦੀ ਹੈ। ਇੱਥੇ ਮੈਂ ਤੇ ਤੂੰ ਦਾ ਝਗੜਾ ਹੈ। ਭਗਤ ਰਵਿਦਾਸ ਜੀ ਜਦ ਸੇਵਾ ਸਿਮਰਨ ਕਰਕੇ ਇਸ ਅਵਸਥਾ ਵਿੱਚ ਪਹੁੰਚ ਗਏ ਜਿੱਥੇ ਪਰਮੇਸ਼ਰ ਵਿੱਚ ਲੀਨਤਾ ਹੋ ਗਈ, ਦੋ ਤੋਂ ਭਗਤੀ ਸ਼ੁਰੂ ਹੈ। ਗੁਰੂ ਵਾਲੇ ਬਣ ਕੇ ਸਿੱਖ ਕਮਾਈ ਕਰਦਾ। ਕੱਲ ਵੀ ਦੱਸਿਆ ਸੀ ਤੁਹਾਨੂੰ, ਚਾਰ ਤਰ੍ਹਾਂ ਦੇ ਲੋਕ, ਪਾਮਰ, ਵਿਸ਼ਈ, ਜਗਿਆਸੂ ਤੇ ਗਿਆਨਵਾਨ। ਇਹ ਗਿਆਨਵਾਨਾਂ ਦੀ ਗੱਲ ਹੈ। ਰੱਬ ਦੇ ਪਿਆਰੇ, ਜਦੋਂ ਭਗਤ ਰਵਿਦਾਸ ਜੀ ਨਾਮ ਦੀ ਕਮਾਈ ਕਰਕੇ, ਸਾਨੂੰ ਵੀ ਗੁਰੂ ਦਾ ਹੁਕਮ ਹੈ ਸਿੱਖ ਬਣ ਕੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਵੈ ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਉਦਮ ਕਰੈ ਭਲ ਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਇਹ ਚਾਰ ਗੱਲਾਂ ਕਰ ਦੂਗਾ ਜਦੋਂ ਸਿੱਖ ਪ੍ਰਾਇਮਰੀ ਦਾ ਸਿੱਖ ਹੁੰਦਾ ਹੈ।
ਫਿਰ ਉਹਨੂੰ ਕਿਹੜੀ ਅਵਸਥਾ ਪ੍ਰਾਪਤ ਹੋ ਜਾਂਦੀ ਆ? ਸਾਸ ਗਿਰਾਸ ਦੀ। ਅਗਲੀ ਫਿਰ ਅਵਸਥਾ ਲਿਖਿਆ ਹੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ। ਉਹ ਗੁਰਸਿੱਖ ਹੈ। ਕੌਣ? ਜਿਹੜਾ ਸਾਸ ਗਿਰਾਸ ਸਿਮਰਦਾ ਹੈ। ਫਿਰ ਆ ਤੀਜੀ ਅਵਸਥਾ ਆ ਜਾਂਦੀ ਹੈ ਸਨਮੁਖ ਸਿੱਖ ਦੀ। ਉਹ ਕਿਹੜੀ ਹੈ? ਜਿਸ ਨੂੰ ਬਾਬਾ ਰਵਿਦਾਸ ਲਿਖਦਾ ਹੈ, ਇਹ ਸਨਮੁਖ ਸਿੱਖ ਦੀ ਅਵਸਥਾ। ਜੇ ਕੋ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੈ ਗੁਰ ਨਾਮੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਆਪ ਛੱਡ। ਸਦਾ ਆਪ ਛੱਡ। ਆਪ ਕਿਹਨੂੰ ਕਹਿੰਦੇ ਆ? ਹਉਮੈ ਨੂੰ। ਆਪ ਗਵਾਈਐ ਤਾਂ ਸ਼ੋ। ਆਪ ਵੀ ਹਉਮੈ ਗਵਾ ਦਈਏ ਤਾਂ ਫਿਰ ਸ਼ੌ ਮਿਲਦਾ ਹੈ। ਆਪ ਗਵਾਈਐ ਤਾਂ ਸ਼ੌ ਪਾਈਏ। ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨ ਜਾਣੈ ਕੋਏ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜਿੱਥੇ ਆਪਾਂ ਭਾਵ ਗਵਾ ਦਿੱਤਾ ਉੱਥੇ ਫਿਰ ਰੱਬ ਦੇ ਪਿਆਰੇ ਕਹਿੰਦੇ ਜਬ ਹਮ ਹੋਤੇ। ਇਹ ਕੀ ਆ? ਭੇਦ ਭਰਮ। 5 ਤਰ੍ਹਾਂ ਦਾ ਭਰਮ ਹੈ ਇੱਥੇ। ਭੇਦ ਭਰਮ ਦੀ ਗੱਲ ਹੋ ਰਹੀ ਹੈ, ਮੈਂ ਤੇ ਤੂੰ ਦੀ। ਮੈਂ ਨੂੰ ਕੀ ਕਿਹਾ ਗੁਰਮਤਿ ਵਿੱਚ, ਬਾਣੀ ਵਿੱਚ? ਅਗਿਆਨ। ਅਗਿਆਨ ਦੇ ਵਿੱਚੋਂ ਮੈਂ ਮੇਰੀ ਦਾ ਜਨਮ ਹੁੰਦਾ ਹੈ। ਮੈਂ ਅਗਿਆਨ ਦੇ ਵਿੱਚੋਂ ਮੈਂ ਮੇਰੀ ਦਾ ਜਨਮ ਹੁੰਦਾ। ਅਗਿਆਨ ਤੇ ਭਰਮ 5 ਤਰ੍ਹਾਂ ਦਾ ਭਰਮ ਹੈ। ਭੇਦ ਭਰਮ, ਵਿਕਾਰ ਭਰਮ, ਤਤਵ ਭਰਮ, ਕਰਤੱਵ ਭਰਮ ਔਰ ਸੰਗ ਭਰਮ। ਇਹ 5 ਤਰ੍ਹਾਂ ਦਾ ਭਰਮ ਹੈ। ਇੱਥੇ ਭਗਤ ਜੀ ਸ਼ਾਸਤਰ ਅਨੁਸਾਰ ਪਹਿਲੇ ਭੇਦ ਭਰਮ ਦੀ ਗੱਲ ਕਰ ਰਹੇ ਆ। ਜਬ ਹਮ ਹੋਤੇ ਤਬ ਤੂੰ ਨਾਹੀ। 2 ਤੋਂ ਭਗਤੀ ਸ਼ੁਰੂ ਕੀਤੀ ਸੀ। ਜਦੋਂ ਕਹਿੰਦੇ ਮੈਂ ਸੀਗਾ ਉਦੋਂ ਤੂੰ ਹੈ ਨਹੀਂ ਸੀ। ਜਾਂ ਤਾਂ ਮੈਂ ਰਹੂਗਾ ਜਾਂ ਤੂੰ ਰਹੂਗੀ। ਜਦੋਂ ਤੂੰ ਆ ਗਿਆ ਉਦੋਂ ਮੈਂ ਨਹੀਂ ਰਹਿਣੀ, ਜਦੋਂ ਮੈਂ ਹੈਗਾ ਉਦੋਂ ਤੂੰ ਨਹੀਂ ਆਉਂਦਾ। ਇੱਕ ਹੀ ਰਹੂਗਾ ਦੋਵਾਂ 'ਚ।